ਬੱਚਿਓ ਹੁਣ ਆਪਾਂ ਜਮਾਤ 8ਵੀਂ ਦਾ ਪਾਠ 9 ਫਸਲਾਂ ਦੀ ਕਹਾਣੀ ਪੜਾਂਗੇ। ਇਸ ਦੇ ਲੇਖਕ ਹਨ ਦੇਵੇਂਦਰ ਮੇਵਾੜੀ ਅਤੇ ਇਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ਖੁਸ਼ਵੰਤ ਬਰਗਾੜੀ ਜੀ ਨੇ। ਇਸ ਪਾਠ ਵਿੱਚ ਫਸਲਾਂ ਆਪਣੇ ਬਾਰੇ ਦੱਸ ਰਹੀਆਂ ਹਨ। ਪਾਠ ਪੜ੍ਹਦੇ ਹਾਂ। ਬੱਚਿਓ ਪਹਿਲਾਂ ਸੁਣੋ ਸਾਡੀ ਕਹਾਣੀ, ਬਹੁਤ ਪੁਰਾਣੀ ਹੈ ਸਾਡੀ ਕਹਾਣੀ। ਸੱਚ ਮੰਨੋ ਤਾਂ ਅਸੀਂ ਹੀ ਤੁਹਾਡੀ ਮਨੁੱਖੀ ਸਭਿਅਤਾ ਦੇ ਬੀਜ ਬੀਜੇ ਹਨ, ਨਹੀਂ ਤਾਂ ਤੁਹਾਡੇ ਪੁਰਖੇ ਕੀ ਸਨ? ਸਿਰਫ ਆਦਿ ਮਨੁੱਖ ਹੀ ਨਾ। ਲਗਭਗ 1 ਲੱਖ ਸਾਲ ਪੁਰਾਣੀ ਗੱਲ ਹੈ। ਤੁਹਾਡੇ ਪੁਰਖੇ ਉਦੋਂ ਗੁਫਾਵਾਂ ਵਿੱਚ ਹੀ ਰਹਿੰਦੇ ਸਨ, ਭੋਜਨ ਲਈ ਥਾਂ ਥਾਂ ਤੇ ਭਟਕਦੇ ਰਹਿੰਦੇ ਸਨ। ਚਾਰੇ ਪਾਸੇ ਸੰਘਣੇ ਜੰਗਲ ਅਤੇ ਉਹਨਾਂ ਜੰਗਲਾਂ ਵਿੱਚ ਸੀ ਜੰਗਲੀ ਜਾਨਵਰ, ਹਰੇ ਭਰੇ ਦਰਖਤ, ਘਾਹ, ਲੰਮੀਆਂ ਵੇਲਾਂ ਅਤੇ ਝਾੜੀਆਂ ਆਦਿ। ਭੁੱਖ ਲੱਗਦੀ ਤਾਂ ਤੁਹਾਡੇ ਪੁਰਖੇ ਆਦਿ ਮਨੁੱਖ ਭੋਜਨ ਦੀ ਭਾਲ ਵਿੱਚ ਨਿਕਲਦੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਜਾਂ ਕੰਦ ਮੂਲ ਇਕੱਠਾ ਕਰ ਲਿਆਉਂਦੇ। ਇਹੀ ਉਹਨਾਂ ਦਾ ਭੋਜਨ ਸੀ ਤੇ ਕੰਦ ਮੂਲ, ਕੱਚੇ ਫਲ ਫੁੱਲ ਅਤੇ ਮਾਸ। ਆਪਣੇ ਪੁਰਖਿਆਂ ਦਾ ਭੋਜਨ ਕੀ ਸੀ? ਕੰਦ ਮੂਲ, ਕੱਚੇ ਫਲ ਅਤੇ ਮਾਸ। ਇੱਕ ਵਾਰ ਦੀ ਗੱਲ ਹੈ, ਆਦਿ ਮਨੁੱਖ ਸ਼ਿਕਾਰ ਦੀ ਭਾਲ ਵਿੱਚ ਨਿਕਲਿਆ। ਗੁਫਾ ਵਿੱਚ ਉਸ ਦੀ ਪਤਨੀ ਅਤੇ ਬੱਚੇ ਹੀ ਸਨ। ਉਹ ਬਾਹਰ ਨਿਕਲੇ, ਹਵਾ ਵਿੱਚ ਲਹਿਰਾਉਂਦੇ ਘਾਹ ਨੂੰ ਵੇਖਿਆ। ਉਦੋਂ ਹੀ ਉਸਨੇ ਕੁਝ ਬੀਜ ਡਿੱਗ ਪਏ, ਜਿਨ੍ਹਾਂ ਨੂੰ ਉਹ ਆਪਣੀ ਗੁਫਾ ਵਿੱਚ ਲੈ ਗਏ। ਉੱਥੋਂ ਉਹਨਾਂ ਨੇ ਬੀਜਾਂ ਨੂੰ ਬਾਹਰ ਸੁੱਟ ਦਿੱਤਾ। ਮੀਂਹ ਪਿਆ, ਧਰਤੀ ਗਿੱਲੀ ਹੋਈ ਤੇ ਨਮੀ ਪਾ ਕੇ ਬੀਜ ਪੁੱਗਰਨੇ ਸ਼ੁਰੂ ਹੋਏ। ਫੁਟਾਰਾ ਹੌਲੀ ਹੌਲੀ ਘਾਹ ਵਿੱਚ ਬਦਲ ਗਿਆ ਅਤੇ ਉਸ ਵਿੱਚ ਫੇਰ ਤੋਂ ਬੀਜ ਬਣ ਗਏ। ਉਹ ਬੀਜ ਫੇਰ ਝੜ ਗਏ। ਪਰਿਵਾਰ ਹੈਰਾਨੀ ਨਾਲ ਵੇਖਦਾ ਰਹਿ ਗਿਆ। ਉਹਨਾਂ ਫੇਰ ਤੋਂ ਬੀਜ ਇਕੱਠੇ ਕੀਤੇ ਤੇ ਧਰਤੀ ਵਿੱਚ ਦੱਬ ਦਿੱਤੇ। ਬੀਜ ਫਿਰ ਉੱਗ ਪਏ ਅਤੇ ਸਮਝੋ ਸਾਡਾ ਨਵਾਂ ਜਨਮ ਹੋ ਗਿਆ। ਸਾਡਾ ਮਤਲਬ ਫਸਲਾਂ ਦਾ। ਇੱਥੇ ਫਸਲਾਂ ਗੱਲ ਕਰ ਰਹੀਆਂ ਹਨ। ਹਾਂ, ਸਾਡੇ ਵਿੱਚੋਂ ਕਈ ਫਸਲਾਂ ਨੂੰ ਇਸੇ ਤਰ੍ਹਾਂ ਤੁਹਾਡੇ ਪੁਰਖਿਆਂ ਨੇ ਪਾਲਤੂ ਬਣਾਇਆ। ਕਈ ਫਸਲਾਂ ਦੇ ਬੀਜ ਬੀਜੇ, ਕਈ ਫਸਲਾਂ ਦੀਆਂ ਜੜ੍ਹਾਂ ਲਾਈਆਂ। ਇਸੇ ਤਰ੍ਹਾਂ ਖੇਤੀ ਦੀ ਸ਼ੁਰੂਆਤ ਹੋ ਗਈ। ਬੱਚੋ, ਖੇਤੀ ਦੀ ਸ਼ੁਰੂਆਤ ਕਿਵੇਂ ਹੋਈ? ਜੋ ਆਪਣੇ ਪੁਰਖੇ ਸਨ, ਆਪਣੇ ਪੂਰਵਜ ਸਨ, ਉਹਨਾਂ ਨੇ ਕਈ ਬੀਜ ਬੀਜੇ, ਕਈਆਂ ਦੀਆਂ ਜੜ੍ਹਾਂ ਲਾਈਆਂ ਤੇ ਖੇਤੀ ਦੀ ਸ਼ੁਰੂਆਤ ਹੋ ਗਈ। ਘਾਹ ਫੂਸ ਸਾਫ਼ ਕਰਕੇ ਆਦਿ ਮਨੁੱਖ ਨੇ ਖੇਤ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਲੱਕੜ, ਪੱਥਰ ਜਾਂ ਜਾਨਵਰਾਂ ਦੇ ਸਿੰਗਾਂ ਨਾਲ ਉਹ ਸਾਡੇ ਬੀਜਾਂ ਨੂੰ ਬੀਜਣ ਲੱਗ ਪਿਆ। ਫਿਰ ਉਸਨੇ ਹੌਲੀ ਹੌਲੀ ਹਲ ਦੀ ਖੋਜ ਕਰ ਲਈ। ਉਸਨੇ ਜੰਗਲੀ ਜਾਨਵਰਾਂ ਨੂੰ ਫੜ ਕੇ ਪਾਲਤੂ ਬਣਾਇਆ। ਉਹਨਾਂ ਤੋਂ ਖੇਤੀ ਦਾ ਕੰਮ ਕਰਵਾਉਣ ਲੱਗਿਆ। ਬਲਦ, ਘੋੜੇ ਅਤੇ ਗਧੇ ਉਸਦਾ ਹਲ ਖਿੱਚਣ ਲਈ ਲੱਗ ਪਏ। ਹੌਲੀ ਹੌਲੀ ਖੇਤ ਵੱਧ ਗਏ, ਖੇਤੀ ਫੈਲਦੀ ਚਲੀ ਗਈ। ਉਸਨੂੰ ਲੋੜ ਲਈ ਕਾਫੀ ਅਨਾਜ ਪ੍ਰਾਪਤ ਹੋਣ ਲੱਗ ਪਿਆ। ਭੋਜਨ ਦਾ ਪ੍ਰਬੰਧ ਹੋ ਜਾਣ ਕਾਰਨ ਉਹ ਜੰਗਲਾਂ ਵਿੱਚ ਘਟ ਜਾਣ ਲੱਗ ਪਿਆ। ਦਰਿਆਵਾਂ ਦੇ ਕਿਨਾਰਿਆਂ ਵਾਲੀ ਜ਼ਮੀਨ ਤੇ ਬੀਜ ਵਧੀਆ ਉਗਦੇ ਸਨ ਅਤੇ ਭਰਪੂਰ ਉਪਜ ਪੈਦਾ ਹੁੰਦੀ। ਇਸ ਲਈ ਉਹ ਨਦੀ ਦੇ ਕਿਨਾਰਿਆਂ ਤੇ ਰਹਿਣ ਲੱਗ ਪਿਆ। ਕਈ ਪਰਿਵਾਰ ਨੇੜੇ ਨੇੜੇ ਰਹਿਣ ਲੱਗੇ। ਹੌਲੀ ਹੌਲੀ ਪਿੰਡ ਬਣ ਗਏ। ਬਸ ਇਹ ਸਮਝੋ ਕਿ ਅੱਜ ਤੋਂ ਲਗਭਗ 1,20,000 ਤੋਂ 1 ਲੱਖ ਸਾਲ ਦੇ ਵਿਚਕਾਰ ਪਹਿਲਾਂ ਤੁਹਾਡੇ ਪੁਰਖਾਂ ਨੇ ਖੇਤੀ ਕਰਨੀ ਸਿੱਖੀ। ਇਸ ਨਵੀਂ ਖੋਜ ਨੇ ਉਸ ਨੂੰ ਖੁਸ਼ਹਾਲ ਬਣਾਇਆ ਅਤੇ ਉਸ ਨੂੰ ਸਭਿਅਤਾ ਦੇ ਰਾਹ 'ਤੇ ਅੱਗੇ ਵਧਾਇਆ।
ਦਰਿਆਵਾਂ ਦੇ ਕਿਨਾਰੇ ਵਾਲੇ ਉਹ ਪਿੰਡ ਕਸਬਿਆਂ ਵਿੱਚ ਬਦਲ ਗਏ ਅਤੇ ਕਸਬੇ ਨਗਰਾਂ ਵਿੱਚ ਬਦਲ ਗਏ ਅਤੇ ਮਨੁੱਖੀ ਸਭਿਅਤਾ ਦਾ ਵਿਕਾਸ ਹੋ ਗਿਆ। ਸਿੰਧ ਘਾਟੀ ਦੀ ਸਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਤਨ ਸਭਿਅਤਾ ਸੀ। ਸਿੰਧ ਘਾਟੀ ਦੇ ਨਿਵਾਸੀਆਂ ਨੇ ਸਾਡੀ ਖੇਤੀ ਕੀਤੀ। ਕਣਕ, ਜੌਂ, ਕਪਾਹ, ਤਿਲ, ਮਟਰ ਅਤੇ ਮਸਰਾਂ ਦੀ ਖੇਤੀ ਕੀਤੀ। ਉਹਨਾਂ ਨੇ ਹਾਥੀ, ਘੋੜੇ, ਗਾਂ, ਬਲਦ, ਭੇਡ, ਬੱਕਰੀਆਂ ਅਤੇ ਮੁਰਗੀਆਂ ਪਾਲੀਆਂ। ਮੋਹਨਜੋਦੜੋ ਅਤੇ ਹੜੱਪਾ ਵਰਗੇ ਨਗਰ ਵਸਾਏ। ਉਹਨਾਂ ਨਗਰਾਂ ਵਿੱਚ ਅਨਾਜ ਦੇ ਬਹੁਤ ਵੱਡੇ ਭੰਡਾਰ ਕਾਇਮ ਕੀਤੇ ਸਨ। ਇਹ ਅਨਾਜ ਨਗਰ ਦੇ ਕਾਰੀਗਰਾਂ, ਮਜ਼ਦੂਰਾਂ ਤੇ ਬਾਕੀ ਲੋਕ ਉਹਨਾਂ ਨੇ ਬਲਦ ਗੱਡੀਆਂ ਵੀ ਬਣਾਈਆਂ ਜਿਨ੍ਹਾਂ ਰਾਹੀਂ ਉਹ ਅਨਾਜ ਇੱਧਰ ਉੱਧਰ ਲੈ ਕੇ ਜਾਂਦੇ ਸਨ। ਸਾਡੀ ਸਿੰਜਾਈ ਲਈ ਉਹਨਾਂ ਨੇ ਬੰਨ ਅਤੇ ਨਹਿਰਾਂ ਵੀ ਬਣਾਈਆਂ। ਫਿਰ ਵੈਦਿਕ ਯੁੱਗ ਆਇਆ। ਅੱਜ ਤੋਂ ਕਰੀਬ 4500 ਤੋਂ 3400 ਸਾਲ ਪਹਿਲਾਂ ਵੈਦਿਕ ਯੁੱਗ ਵਿੱਚ ਆਰਿਆਂ ਨੇ ਸਾਨੂੰ ਬੀਜਿਆ। ਉਹਨਾਂ ਨੂੰ ਸਾਡੇ ਤੋਂ ਭੋਜਨ ਮਿਲਿਆ, ਇਸ ਲਈ ਉਹ ਸਾਡੀ ਸੁਰੱਖਿਅਤ ਤੇ ਚੰਗੀ ਉਪਜ ਲਈ ਅਰਦਾਸਾਂ ਕਰਦੇ ਸਨ। ਸਾਡੇ ਅੰਨ ਨੂੰ ਦੇਵਤਾ ਜਾਂ ਪੂਜਨਯੋਗ ਅਤੇ ਪਵਿੱਤਰ ਮੰਨਦੇ। ਆਰਿਆ ਲੋਕ ਚੰਗੇ ਕਿਸਾਨ ਸਨ। ਉਹ ਕਣਕ, ਤਿਲ ਤੇ ਜੌਂ ਦੀ ਖੇਤੀ ਕਰਦੇ ਸਨ। ਖੇਤੀ ਦਾ ਗਿਆਨ ਵੱਧਦਾ ਗਿਆ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਉਗਾਇਆ ਜਾਣ ਲੱਗਿਆ। ਕਿਤੇ ਕਣਕ ਤੇ ਚੜ੍ਹ ਮੱਚ ਗਈ ਅਤੇ ਕਿਤੇ ਝੋਨੇ ਦੇ ਖੇਤ ਲਹਿਰਾਉਣ ਲੱਗੇ। ਕਿਤੇ ਗੰਨਾ ਆਪਣੀ ਮਿਠਾਸ ਘੋਲਣ ਲੱਗਿਆ। ਪੂਰੇ ਭਾਰਤ ਵਿੱਚ ਸਾਡੀ ਖੇਤੀ ਫੈਲਣ ਲੱਗੀ। ਸਾਡੇ ਅੰਨ ਦਾ ਮਹੱਤਵ ਦੱਸਿਆ ਜਾਣ ਲੱਗਿਆ। ਮਹਾਭਾਰਤ ਕਾਲ ਵਿੱਚ ਖੇਤੀ ਦੇ ਨਾਲ ਗਊ ਪਾਲਣ ਵੀ ਵੱਧ ਗਿਆ। ਸਾਡੀ ਖੇਤੀ ਅਤੇ ਗਊ ਪਾਲਣ ਨਾਲ ਦੇਸ਼ ਹੋਰ ਖੁਸ਼ਹਾਲ ਹੋਇਆ। ਉਧਰ ਨੀਲ ਦਰਿਆ ਦੀ ਘਾਟੀ ਵਿੱਚ ਵੀ ਸਾਡੀ ਖੇਤੀ ਸ਼ੁਰੂ ਹੋ ਗਈ। ਉੱਥੇ ਦੇ ਨਿਵਾਸੀਆਂ ਨੇ ਵੀ ਹਜ਼ਾਰਾਂ ਸਾਲ ਪਹਿਲਾਂ ਸਾਡੇ ਵਿੱਚੋਂ ਕਣਕ, ਮਟਰ, ਚਕੁੰਦਰ, ਕਪਾਹ, ਅੰਜੀਰ, ਖਜੂਰ ਅਤੇ ਜੈਤੂਨ ਉਗਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਗੁਲਾਮਾਂ ਤੋਂ ਵੀ ਖੇਤੀ ਕਰਵਾਉਂਦੇ ਸਨ। ਉਹਨਾਂ ਨੇ ਬੱਕਰੀਆਂ, ਸਾਨ ਅਤੇ ਗਧੇ ਵੀ ਪਾਲੇ। ਨੀਲ ਦਰਿਆ 'ਤੇ ਬੰਨ ਬਣਾਇਆ ਗਿਆ ਅਤੇ ਸਾਡੀ ਸਿੰਜਾਈ ਦਾ ਪ੍ਰਬੰਧ ਕੀਤਾ। ਨੀਲ ਦਰਿਆ ਦੀ ਘਾਟੀ ਲਹਿਰਾਉਣ ਲੱਗੀ ਅਤੇ ਉੱਥੇ ਵੀ ਇੱਕ ਮਹਾਨ ਸਭਿਅਤਾ ਦਾ ਜਨਮ ਹੋਇਆ। ਲਗਭਗ 3500 ਈਸਾ ਪੂਰਵ ਦੱਖਣੀ ਅਮਰੀਕਾ ਵਿੱਚ ਵੀ ਸਾਡੀ ਸਭਿਅਤਾ ਦਾ ਵਿਕਾਸ ਹੋਇਆ। ਇਹ ਸਭਿਅਤਾ ਵੀ ਸਾਡੇ ਉੱਤੇ ਹੀ ਪਲੀਆਂ। ਸਾਡੇ ਵਿੱਚੋਂ ਮੱਕੀ ਉਹਨਾਂ ਦੀ ਪ੍ਰਮੁੱਖ ਫਸਲ ਸੀ। ਸੱਚ ਪੁੱਛੋ ਤਾਂ ਸਾਡੀ ਮੱਕੀ ਨੂੰ ਜਿੰਨਾ ਸਨਮਾਨ ਉੱਥੇ ਦੇ ਵਸਨੀਕਾਂ ਨੇ ਦਿੱਤਾ, ਸ਼ਾਇਦ ਹੀ ਕਿਤੇ ਹੋਰ ਮਿਲਿਆ ਹੋਵੇ। ਉਹ ਮੱਕੀ ਦੇ ਇਲਾਵਾ ਮਿਰਚ, ਕਪਾਹ, ਕੋਕੋ ਅਤੇ ਆਲੂ ਦੀ ਖੇਤੀ ਕਰਦੇ ਸਨ। ਖੇਤੀ ਵਧਣ ਦੇ ਨਾਲ ਉਹਨਾਂ ਦੇ ਪਿੰਡ ਵੀ ਫੈਲਦੇ ਗਏ। ਕਹਿਣ ਦਾ ਮਤਲਬ ਇਹ ਹੈ ਕਿ ਹਰੇਕ ਸਭਿਅਤਾ ਦਾ ਵਿਕਾਸ ਸਾਡੇ ਨਾਲ ਹੀ ਹੋਇਆ ਹੈ। ਹਰੇਕ ਸਭਿਅਤਾ ਸਾਡੇ ਉੱਪਰ ਹੀ ਪਲੀ। ਇੰਜ ਸਮਝੋ ਕਿ ਜਿੱਥੇ-ਜਿੱਥੇ ਸਾਡੇ ਬੀਜ ਉੱਗ ਪਏ, ਉੱਥੇ-ਉੱਥੇ ਮਨੁੱਖੀ ਸਭਿਅਤਾ ਦਾ ਜਨਮ ਹੋਇਆ। ਇੱਕ ਗੱਲ ਹੋਰ, ਮਨੁੱਖ ਨੇ ਸਾਡੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ। ਸਾਨੂੰ ਪਿਆਰ ਨਾਲ ਪਾਲਤੂ ਬਣਾਇਆ। ਇਸ ਲਈ ਉਸਨੇ ਬਹੁਤ ਮੁਸ਼ਕਲਾਂ ਝੱਲੀਆਂ। ਤੁਹਾਡੇ ਪੁਰਖਿਆਂ ਨੇ ਨਾ ਜਾਣੇ ਕਿੰਨੇ ਦਰਖਤਾਂ ਅਤੇ ਦੂਜੀਆਂ ਵਨਸਪਤੀਆਂ ਨੂੰ ਵੇਖਿਆ, ਪਰਖਿਆ ਅਤੇ ਸਵਾਦ ਵੇਖਿਆ। ਉਹਨਾਂ ਵਿੱਚੋਂ ਕਈ ਪੌਦੇ ਕੌੜੇ ਅਤੇ ਕੁਸੈਲੇ ਸਨ, ਕਈ ਨਸ਼ੀਲੇ ਅਤੇ ਕਈ ਜ਼ਹਿਰੀ। ਪਰ ਸਵਾਦ ਵੇਖ ਕੇ ਉਸਨੇ ਅਣਗਿਣਤ ਪੌਦਿਆਂ ਵਿੱਚੋਂ ਸਾਡੀ ਚੋਣ ਕੀਤੀ। ਆਪਣੇ ਖੇਤਾਂ ਅਤੇ ਬਾਗ ਬਗੀਚਿਆਂ ਵਿੱਚ ਉਗਾਇਆ। ਇਹ ਸਾਰਾ ਕੁਝ ਦਿਨਾਂ ਜਾਂ ਸਾਲਾਂ ਵਿੱਚ ਨਹੀਂ ਸੀ ਹੋਇਆ, ਸਗੋਂ ਇਸ ਨੂੰ ਹਜ਼ਾਰਾਂ ਸਾਲ ਲੱਗ ਗਏ। ਤਾਂ ਜਾ ਕੇ ਕਿਤੇ ਮਨੁੱਖ ਨੇ ਸਾਨੂੰ ਆਪਣੀ ਫਸਲ ਦਾ ਰੂਪ ਦਿੱਤਾ। ਉਸ ਨੇ ਸਾਨੂੰ ਕਿੱਥੋਂ ਨਹੀਂ ਚੁੱਗਿਆ,
ਸਾਡੇ ਵਿੱਚੋਂ ਕਣਕ, ਜੌਂ, ਚੌਲ, ਜਵਾਰ, ਕਪਾਹ, ਸੋਇਆਬੀਨ, ਗੰਨਾ, ਚਾਹ ਵਰਗੀਆਂ ਫਸਲਾਂ ਉਸਨੇ ਏਸ਼ੀਆ ਵਿੱਚੋਂ ਮਿਲੀਆਂ। ਚਕੁੰਦਰ ਪੱਛਮੀ ਏਸ਼ੀਆ ਅਤੇ ਯੂਰਪ ਵਿੱਚੋਂ, ਕਾਫੀ ਅਮਰੀਕਾ ਵਿੱਚੋਂ, ਮੱਕੀ, ਆਲੂ, ਮੂੰਗਫਲੀ, ਤੰਬਾਕੂ ਦੱਖਣੀ ਅਮਰੀਕਾ ਅਤੇ ਕੋਕੋ ਮੱਧ ਅਮਰੀਕਾ ਵਿੱਚੋਂ ਮਿਲੇ। ਸਾਡੇ ਲਈ ਮਨੁੱਖ ਨੇ ਕਈ ਲੜਾਈਆਂ ਲੜੀਆਂ। ਕਈ ਸਾਮਰਾਜ ਸਾਡੇ ਕਾਰਨ ਵਧੇ ਫੁੱਲੇ ਅਤੇ ਕਈ ਸਮਾਪਤ ਹੋ ਗਏ। ਜਿੱਥੇ ਜਿੱਥੇ ਮਨੁੱਖ ਗਿਆ ਸਾਨੂੰ ਨਾਲ ਲੈ ਗਿਆ। ਇਸ ਤਰ੍ਹਾਂ ਅਸੀਂ ਵੀ ਕਿੱਥੋਂ ਕਿੱਥੇ ਪਹੁੰਚ ਗਈਆਂ। ਸਾਡੇ ਵੱਲੋਂ ਚੌਲ ਭਾਰਤ ਤੋਂ ਹੋ ਕੇ ਚੀਨ, ਜਾਪਾਨ ਰਾਹੀਂ ਸਾਰੇ ਸੰਸਾਰ ਵਿੱਚ ਫੈਲ ਗਏ। ਪੱਛਮੀ ਏਸ਼ੀਆ ਵਿੱਚ ਪੈਦਾ ਹੋਈ ਕਣਕ ਅੱਜ ਸਾਰੀ ਦੁਨੀਆ ਵਿੱਚ ਲਹਿਰਾਉਂਦੀ ਹੈ। ਭਾਰਤ ਦਾ ਗੰਨਾ ਕਈ ਦੇਸ਼ਾਂ ਦੀ ਮੁੱਖ ਫਸਲ ਬਣ ਕੇ ਦੁਨੀਆ ਭਰ ਵਿੱਚ ਦੇ ਲੋਕਾਂ ਦੇ ਮੂੰਹ ਮਿੱਠਾ ਕਰ ਰਿਹਾ ਹੈ। ਦੱਖਣੀ ਅਮਰੀਕਾ ਦੀ ਮੱਕੀ, ਆਲੂ ਤੇ ਤੰਬਾਕੂ ਨੂੰ ਅੱਜ ਨਾ ਜਾਣੇ ਕਿੰਨੇ ਦੇਸ਼ ਉਗਾ ਰਹੇ ਹਨ। ਮੂੰਗਫਲੀ ਖਾਂਦਿਆਂ ਕਦੇ ਤੁਸੀਂ ਸੋਚਿਆ ਕਿ ਇਸ ਦਾ ਜਨਮ ਦੱਖਣੀ ਅਮਰੀਕਾ ਵਿੱਚ ਹੋਇਆ ਹੈ? ਅੱਜ ਇੱਥੇ ਇਸ ਨੂੰ ਕਿਹੜਾ ਨਹੀਂ ਜਾਣਦਾ। ਚੀਨ ਦੀ ਸੋਇਆਬੀਨ ਸੰਸਾਰ ਦੇ ਅਨੇਕ ਦੇਸ਼ਾਂ ਵਿੱਚੋਂ ਉਗਾਈ ਜਾ ਰਹੀ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਵੀ ਆਦਮੀ ਦੇ ਕਦਮ ਗਏ ਉੱਥੇ ਸਾਡੀਆਂ ਜੜ੍ਹਾਂ ਲੱਗ ਗਈਆਂ। ਬੱਚਿਓ, ਸਾਡੀ ਫਸਲਾਂ ਦੀ ਕਹਾਣੀ ਇੰਝ ਹੀ ਅੱਗੇ ਤੁਰਦੀ ਗਈ ਤੇ ਅੱਜ ਵੀ ਤੁਰ ਰਹੀ ਹੈ।